पार्ट 10 भारत विच ईस्ट इंडिया कंपनी की स्थापना आधुनिक इतिहास आशिमा गुप्ता द्वारा तैयार युद्ध ਵਪਾਰ युद्ध ਪੁਰਤਗਾਲੀ ਡੱਚ ਫ੍ਰੈਂਚ ਅਤੇ ਬ੍ਰਿਟਿਸ਼ ਬਹੁਤ ਸਾਰੀਆਂ ਯੂਰਪੀਅਨ ਸ਼ਕਤੀਆਂ ਵਪਾਰ ਲਈ ਭਾਰਤ ਆਉਂਦੀਆਂ ਸਨ। ਭਾਰਤ ਵਿੱਚ ਉਹਨਾਂ ਸ਼ਕਤੀਆਂ ਨੇ ਭਾਰਤ ਨੂੰ ਬਸਤੀਵਾਦੀ ਬਣਾਇਆ। ਪੁਰਤਗਾਲੀ ਫਿਰ ਡੱਚ ਫਿਰ ਫ੍ਰੈਂਚ ਅਤੇ ਬ੍ਰਿਟਿਸ਼ ਵਪਾਰ ਲਈ ਭਾਰਤ ਆਏ। ਬਾਅਦ ਵਿੱਚ ਉਹਨਾਂ ਨੇ ਵਪਾਰਕ ਹਿੱਤਾਂ ਲਈ ਭਾਰਤ ਦੇ ਖੇਤਰਾਂ ਦੀ ਤਾਕਤ ਲੈ ਲਈ। ਉਹਨਾਂ ਨੇ ਮਸਾਲੇ ਕਾਫੀ ਸੂਤੀ ਰੇਸ਼ਮੀ ਅਤੇ ਹੋਰ ਕੱਚੇ ਮਾਲ ਦਾ ਵਪਾਰ ਕੀਤਾ। अंग्रेजी ईस्ट इंडिया कंपनी रानी एलिजाबेथ पहली ने अंग्रेजी ईस्ट इंडिया कंपनी ਨੂੰ ਭਾਰਤ ਨਾਲ ਵਪਾਰ ਕਰਨ ਦਾ ਹੁਕਮ ਦਿੱਤਾ। 1717 ਵਿੱਚ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨੂੰ ਬੰਗਾਲ, ਬਿਹਾਰ ਅਤੇ ਉੜੀਸਾ ਵਿੱਚ ਬਿਨਾਂ ਟੈਕਸ ਦਿੱਤੇ ਵਪਾਰ ਕਰਨ ਦਾ ਅਧਿਕਾਰ ਮਿਲ ਗਿਆ। ਹੌਲੀ ਹੌਲੀ ਉਹਨਾਂ ਨੇ ਭਾਰਤ ਦੇ ਰਾਜਨੀਤਿਕ ਮਾਮਲਿਆਂ ਵਿੱਚ ਦਖਲ ਦੇਣਾ ਸ਼ੁਰੂ ਕਰ ਦਿੱਤਾ ਤੇ ਸਰਵਸ਼ਕਤੀਸ਼ਾਲੀ ਬਣ ਗਏ। कंपनी का प्रतिनिध सर थॉमस रोज जहांगीर तो वपारक सहूलतां लैण विच सफल होया। अंग्रेज़ों ने अपनियां वपारक बस्तियां भारत विच स्थापित कीतियां। 1717 ईस्वी विच ईस्ट इंडिया कंपनी नूं मुगल सम्राट फर्रुख शाह तो बंगाल, बिहार ਅਤੇ उड़ीसा विच बिना कर दिते चुंगी कर दिते वपार करन दा अधिकार मिल गया। फ्रेंच ईस्ट इंडिया कंपनी फ्रेंच ईस्ट इंडिया कंपनी ਵਪਾਰ ਲਈ ਭਾਰਤ ਆਈ। ਬਾਅਦ ਵਿੱਚ ਉਹਨਾਂ ਨੇ ਚੰਦਰਨਗਰ, ਮਾਹੀ ਅਤੇ ਕਾਰੀਕਲ ਵਿੱਚ ਆਪਣੀ ਸ਼ਕਤੀ ਸਥਾਪਿਤ ਕੀਤੀ ਅਤੇ ਇਲਾਕਿਆਂ ਦੀ ਸ਼ਕਤੀ ਪ੍ਰਾਪਤ ਕੀਤੀ। ਡੂਮਾ ਅਤੇ ਡੁਪਲੇਟ ਉਹਨਾਂ ਦੇ ਮੁੱਖ ਰਾਜਪਾਲ ਸਨ। ਬ੍ਰਿਟਿਸ਼ ਨਹੀਂ ਚਾਹੁੰਦੇ ਕਿ ਫ੍ਰੈਂਚ ਭਾਰਤ ਦੀ ਸੱਤਾ ਖੋਹ ਲਵੇ। ਉਹਨਾਂ ਨੇ ਹੌਲੀ ਹੌਲੀ ਫ੍ਰੈਂਚ ਨੂੰ ਕਮਜ਼ੋਰ ਕਰ ਦਿੱਤਾ ਅਤੇ ਫ੍ਰੈਂਚ ਨੂੰ ਭਾਰਤ ਛੱਡਣਾ ਪਿਆ। ਐਂਗਲੋ ਫ੍ਰਾਂਸੀਸੀ ਦੁਸ਼ਮਣੀ ਅੰਗਰੇਜ਼ਾਂ ਅਤੇ ਫਰਾਂਸੀਸੀਆਂ ਵਿਚਾਲੇ ਭਾਰਤ ਵਿੱਚ ਆਪਣੀ ਵਪਾਰਕ ਅਤੇ ਰਾਜਨੀਤਿਕ ਸਰਵਉੱਚਤਾ ਕਾਇਮ ਕਰਨ ਲਈ ਸੰਘਰਸ਼ ਸ਼ੁਰੂ ਹੋ ਗਿਆ। ਇਸ ਸੰਘਰਸ਼ ਦੇ ਅਧੀਨ ਕਰਨਾਟਕ ਵਿੱਚ 3 ਯੁੱਧ ਹੋਏ ਜਿਨ੍ਹਾਂ ਵਿੱਚ ਅੰਗਰੇਜ਼ਾਂ ਨੂੰ ਜਿੱਤ ਪ੍ਰਾਪਤ ਹੋਈ। ਇਹਨਾਂ ਤਿੰਨਾਂ ਯੁੱਧਾਂ ਦੇ ਤੋਂ ਬਾਅਦ ਭਾਰਤ ਵਿੱਚ ਫਰਾਂਸੀਸੀਆਂ ਦਾ ਪ੍ਰਭਾਵ ਖਤਮ ਹੋ ਗਿਆ ਤੇ ਇਕੱਲੇ ਅੰਗਰੇਜ਼ ਜਿਹੜੇ ਸੀ ਉਹ ਹੀ ਇੱਥੇ ਸਰਵਉੱਚ ਸ਼ਕਤੀ ਬਣ ਗਏ। ਐਂਗਲੋ ਫ੍ਰੈਂਚ ਦੀਆਂ ਲੜਾਈਆਂ ਬ੍ਰਿਟਿਸ਼ ਅਤੇ ਫ੍ਰੈਂਚ ਆਪਸ ਵਿੱਚ ਵਿਰੋਧੀ ਸਨ। 3 ਐਂਗਲੋ ਫ੍ਰੈਂਚ ਲੜਾਈਆਂ ਲੜੀਆਂ ਗਈਆਂ ਅਤੇ ਫ੍ਰੈਂਚ ਨੂੰ ਬ੍ਰਿਟਿਸ਼ ਨੇ ਹਰਾਇਆ। ਫਸਟ ਕਰਨਾਟਕ ਯੁੱਧ ਜੇਤੂ ਫ੍ਰੈਂਚ, ਸੈਕੰਡ ਕਰਨਾਟਕ ਯੁੱਧ ਵਿਜੇਤਾ ਬ੍ਰਿਟਿਸ਼, ਥਰਡ ਕਰਨਾਟਕ ਯੁੱਧ ਜੇਤੂ ਬ੍ਰਿਟਿਸ਼। ਇਸ ਨੂੰ 7 ਸਾਲਾਂ ਦੀ ਲੜਾਈ ਵੀ ਕਿਹਾ ਜਾਂਦਾ ਹੈ। ਆਖਰਕਾਰ ਬ੍ਰਿਟਿਸ਼ ਇਹਨਾਂ ਐਂਗਲੋ ਫ੍ਰੈਂਚ ਦੀਆਂ ਲੜਾਈਆਂ ਦੇ ਜੇਤੂ ਨਿਕਲੇ। ਜਦ ਵੀ ਯੂਰਪ ਵਿੱਚ ਇੰਗਲੈਂਡ ਤੇ ਫਰਾਂਸ ਵਿਚਕਾਰ ਯੁੱਧ ਸ਼ੁਰੂ ਹੁੰਦਾ ਸੀ ਤਾਂ ਭਾਰਤ ਵਿੱਚ ਵੀ ਉਹਨਾਂ ਦੋਨਾਂ ਦੇ ਵਿਚਕਾਰ ਯੁੱਧ ਸ਼ੁਰੂ ਹੋ ਜਾਂਦਾ ਸੀ। ਯੂਰਪ ਵਿੱਚ ਜਦ ਇੰਗਲੈਂਡ ਅਤੇ ਫਰਾਂਸ ਵਿਚਕਾਰ 7 ਸਾਲਾ ਯੁੱਧ ਸ਼ੁਰੂ ਹੋ ਗਿਆ ਤਾਂ ਭਾਰਤ ਵਿੱਚ ਵੀ ਇਹਨਾਂ ਦੋਵਾਂ ਸ਼ਕਤੀਆਂ ਵਿਚਾਲੇ ਯੁੱਧ ਸ਼ੁਰੂ ਹੋ ਗਿਆ ਤੇ ਇੱਥੇ ਭਾਰਤ ਦੀ ਸਰਕਾਰ ਨੇ ਅੰਗਰੇਜ਼ੀ ਸ਼ਕਤੀ ਨੂੰ ਖਤਮ ਕਰਨ ਲਈ ਫਰਾਂਸੀਸੀਆਂ ਨੇ ਬਹੁਤ ਯਤਨ ਕੀਤੇ ਪਰ ਅਖੀਰ ਵਿੱਚ ਫਰਾਂਸੀਸੀ ਹਾਰ ਗਏ ਤੇ ਅੰਗਰੇਜ਼ੀ ਕੰਪਨੀ ਦੀ ਸਰਵਉੱਚਤਾ ਸਥਾਪਿਤ ਹੋ ਗਈ। ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੀਆਂ ਵੱਧਦੀਆਂ ਸ਼ਕਤੀਆਂ ਅੰਗਰੇਜ਼ੀ ਸਮਰਾਜ ਦਾ ਵਿਸਤਾਰ ਪਹਿਲਾ ਅੰਗਰੇਜ਼ ਬਰਮਾ ਯੁੱਧ ਲਾਰਡ ਐਮਰਹਸਟਨ ਸਿੰਧ ਦੇ ਅਮੀਰਾਂ ਨਾਲ ਸੰਧੀ ਵਿਲੀਅਮ ਬੈਂਟਿਕ ਸਿੰਧ ਦੇ ਅਮੀਰਾਂ ਨਾਲ ਸਹਾਇਕ ਸੰਧੀ ਲਾਰਡ ਆਕਲੈਂਡ ਸਿੰਧ ਉੱਪਰ ਅਧਿਕਾਰ ਲਾਰਡ ਐਲਨਬਰੋ ਪਹਿਲੇ ਅੰਗਰੇਜ਼ ਸਿੱਖ ਯੁੱਧ ਵਿੱਚ ਸਿੱਖਾਂ ਦੀ ਹਾਰ ਲਾਰਡ ਹਾਰਡਿੰਗ ਅੰਗਰੇਜ਼ਾਂ ਦੁਆਰਾ ਬੰਗਾਲ ਦੀ ਜਿੱਤ ਪਲਾਸੀ ਦੀ ਲੜਾਈ 1717 ਵਿੱਚ ਬ੍ਰਿਟਿਸ਼ ਨੂੰ ਬੰਗਾਲ, ਬਿਹਾਰ ਅਤੇ ਉੜੀਸਾ ਵਿੱਚ ਵਪਾਰ ਕਰਨ ਦਾ ਅਧਿਕਾਰ ਮੁਗਲ ਬਾਦਸ਼ਾਹ ਫਰਰੁਖ ਸ਼ਾਹ ਤੋਂ ਮਿਲ ਗਿਆ। 1756 ਈਸਵੀ ਨਵਾਬ ਸਿਰਾਜੁੱਦੌਲਾ ਨੂੰ ਬੰਗਾਲ ਦਾ ਨਵਾਬ ਬਣਾਇਆ ਗਿਆ। 23 ਜੂਨ 1757 ਨੂੰ ਪਲਾਸੀ ਦੇ ਸਥਾਨ ਤੇ ਨਵਾਬ ਸਿਰਾਜੁੱਦੌਲਾ ਅਤੇ ਬ੍ਰਿਟਿਸ਼ ਦਰਮਿਆਨ ਇੱਕ ਲੜਾਈ ਲੜੀ ਗਈ ਸੀ। ਨਵਾਬ ਲੜਾਈ ਵਿੱਚ ਹਾਰ ਗਿਆ। ਅੰਗਰੇਜ਼ਾਂ ਨੇ ਉਸ ਨੂੰ ਕੈਦੀ ਬਣਾ ਲਿਆ ਤੇ ਬਾਅਦ ਵਿੱਚ ਉਸ ਨੂੰ ਮਾਰ ਦਿੱਤਾ। ਉਸ ਕਰਕੇ ਕਲਾਈਵ ਨੇ ਮੀਰ ਜਾਫਰ ਨੂੰ ਬੰਗਾਲ ਦੀ ਰਾਜਗੱਦੀ ਉੱਤੇ ਬਿਠਾ ਦਿੱਤਾ। ਉਹ ਅੰਗਰੇਜ਼ਾਂ ਦੇ ਹੱਥਾਂ ਵਿੱਚ ਇੱਕ ਕਠਪੁਤਲੀ ਮਾਤਰ ਸੀ। ਉਸਨੇ ਨਵਾਬ ਮੀਰ ਜਾਫਰ ਨੂੰ ਗੱਦੀ ਤੋਂ ਉਤਾਰ ਦਿੱਤਾ ਅਤੇ ਉਸ ਦੇ ਜਵਾਈ ਮੀਰ ਕਾਸਿਮ ਨੂੰ ਗੱਦੀ ਤੇ ਬਿਠਾ ਦਿੱਤਾ। ਬਕਸਰ ਦੀ ਲੜਾਈ ਨਵਾਬ ਮੀਰ ਕਾਸਿਮ ਅਤੇ ਬ੍ਰਿਟਿਸ਼ ਮੀਰ ਕਾਸਿਮ ਨੇ ਨਵਾਬ ਬਣਨ ਤੋਂ ਪਿੱਛੋਂ ਚਲਦੀ ਹੀ ਅੰਗਰੇਜ਼ਾਂ ਦੇ ਪ੍ਰਭਾਵ ਤੋਂ ਮੁਕਤ ਹੋਣ ਦੀ ਕੋਸ਼ਿਸ਼ ਕੀਤੀ। ਉਸਨੇ ਆਪਣੇ ਸੈਨਿਕਾਂ ਨੂੰ ਯੁੱਧ ਦੀ ਆਧੁਨਿਕ ਢੰਗ ਦੀ ਸਿਖਲਾਈ ਦੇਣ ਲਈ ਯੂਰਪੀਅਨ ਅਫਸਰਾਂ ਦੀ ਨਿਯੁਕਤੀ ਕੀਤੀ। ਉਸਨੇ ਭਾਰਤੀ ਵਪਾਰੀਆਂ ਦੇ ਮਾਲ ਉੱਤੇ ਲਏ ਜਾਣ ਵਾਲੇ ਕਰਾਂ ਨੂੰ ਘੱਟ ਕਰ ਦਿੱਤਾ ਤਾਂ ਕਿ ਅੰਗਰੇਜ਼ ਅਤੇ ਭਾਰਤੀ ਵਪਾਰੀ ਇੱਕੋ ਜਿਹੇ ਨਿਯਮਾਂ ਤਹਿਤ ਵਪਾਰ ਕਰ ਸਕਣ। ਇਸ ਨਾਲ ਅੰਗਰੇਜ਼ਾਂ ਨੂੰ ਬਹੁਤ ਹਾਨੀ ਹੋਈ ਤੇ ਉਹਨਾਂ ਨੇ ਮੀਰ ਕਾਸਿਮ ਦੇ ਵਿਰੁੱਧ ਲੜਾਈ ਦਾ ਐਲਾਨ ਕਰ ਦਿੱਤਾ। ਬਕਸਰ ਦੇ ਮੈਦਾਨ ਵਿੱਚ ਮੀਰ ਕਾਸਿਮ, ਸ਼ੁਜਾਉদ্দৌਲਾ ਅਤੇ ਸ਼ਾਹ ਆਲਮ ਦੂਜੇ ਦੀਆਂ ਸੈਨਾਵਾਂ
ਅੰਗਰੇਜ਼ਾਂ ਨਾਲ ਲੜਨ ਲਈ ਬਕਸਰ ਦੇ ਮੈਦਾਨ ਵਿੱਚ ਪਹੁੰਚ ਗਈਆਂ ਤੇ ਅੰਗਰੇਜ਼ਾਂ ਦੇ ਉਹਨਾਂ ਤੇ ਮੀਰ ਕਾਸਿਮ ਦੀ ਸੈਨਾਵਾਂ ਵਿੱਚ ਲੜਾਈ ਹੋਈ। ਇਸ ਲੜਾਈ ਵਿੱਚ ਅੰਗਰੇਜ਼ਾਂ ਦੀ ਜਿੱਤ ਹੋਈ। ਸ਼ੁਜਾਉਦੌਲਾ ਤੇ ਸ਼ਾਹ ਆਲਮ ਦੂਜੇ ਨੇ ਅੰਗਰੇਜ਼ਾਂ ਨਾਲ ਸੰਧੀ ਕਰ ਲਈ ਤੇ ਮੀਰ ਕਾਸਿਮ ਲੜਾਈ ਦੇ ਮੈਦਾਨ ਵਿੱਚੋਂ ਭੱਜ ਗਿਆ। ਮੀਰ ਜਾਫਰ ਨੂੰ ਨਵਾਂ ਨਵਾਬ ਬਣਾਇਆ ਗਿਆ। ਬੰਗਾਲ ਵਿੱਚ ਦੋਹਰੇ ਸ਼ਾਸਨ ਪ੍ਰਣਾਲੀ। ਪਲਾਸੀ ਅਤੇ ਬਕਸਰ ਦੀਆਂ ਜਿੱਤਾਂ ਪਿੱਛੋਂ ਈਸਟ ਇੰਡੀਆ ਕੰਪਨੀ ਬੰਗਾਲ ਦੀ ਵਾਸਤਵਿਕ ਸ਼ਾਸਕ ਸ਼ਕਤੀ ਬਣ ਗਈ। ਸੈਨਿਕ ਅਤੇ ਮਾਲੀਆ ਪ੍ਰਸ਼ਾਸਨ ਪ੍ਰਬੰਧ ਵੀ ਇਸ ਕੰਪਨੀ ਦੇ ਅਧਿਕਾਰ ਹੇਠ ਆ ਗਿਆ। ਕੰਪਨੀ ਦੁਆਰਾ ਨਵਾਬ ਨੂੰ ਸਿਵਲ ਸ਼ਾਸਨ ਪ੍ਰਬੰਧ ਚਲਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ। ਉਹਨਾਂ ਨੇ ਮੁਹੰਮਦ ਰਜ਼ਾ ਖਾਂ ਅਤੇ ਮਿਤਾਬ ਰਾਏ ਨਾਮੀ 2 ਡਿਪਟੀ ਨਵਾਬ ਨਿਯੁਕਤ ਕਰ ਦਿੱਤੇ। ਇਸ ਨੂੰ ਦੋਹਰੀ ਸ਼ਾਸਨ ਪ੍ਰਣਾਲੀ ਕਿਹਾ ਜਾਂਦਾ ਹੈ। ਬੰਗਾਲ ਵਿੱਚ ਦੋਹਰੀ ਸ਼ਾਸਨ ਪ੍ਰਣਾਲੀ ਖਤਮ ਕਰ ਦਿੱਤੀ ਗਈ। ਬੰਗਾਲ ਉੱਤੇ ਈਸਟ ਇੰਡੀਆ ਕੰਪਨੀ ਦਾ ਸਿੱਧਾ ਸ਼ਾਸਨ ਪ੍ਰਬੰਧ ਸ਼ੁਰੂ ਹੋ ਗਿਆ ਤੇ ਅੰਗਰੇਜ਼ਾਂ ਨੇ ਭਾਰਤ ਵਿੱਚ ਅੰਗਰੇਜ਼ੀ ਸਮਰਾਜ ਦਾ ਵਿਸਥਾਰ ਕਰਨਾ ਸ਼ੁਰੂ ਕਰ ਦਿੱਤਾ। ਲੜਾਈਆਂ ਦੁਆਰਾ ਤਰੱਕੀ। ਐਂਗਲੋ ਮੈਸੂਰ ਯੁੱਧ। ਬ੍ਰਿਟਿਸ਼ ਅਤੇ ਮੈਸੂਰ ਦੇ ਸ਼ਾਸਕਾਂ ਵਿਚਕਾਰ 1766 ਤੋਂ 1799 ਵਿੱਚ ਐਂਗਲੋ ਮੈਸੂਰ ਦੀਆਂ 4 ਲੜਾਈਆਂ ਲੜੀਆਂ ਗਈਆਂ ਸਨ। ਪਹਿਲਾਂ 2 ਬ੍ਰਿਟਿਸ਼ ਅਤੇ ਹੈਦਰ ਅਲੀ ਵਿਚਾਲੇ ਯੁੱਧ ਲੜੇ ਗਏ ਸਨ। ਆਖਰੀ 2 ਬ੍ਰਿਟਿਸ਼ ਅਤੇ ਹੈਦਰ ਅਲੀ ਦੇ ਪੁੱਤਰ ਟੀਪੂ ਸੁਲਤਾਨ ਵਿਚਕਾਰ ਲੜਾਈਆਂ ਲੜੀਆਂ ਗਈਆਂ ਸਨ। ਇਹਨਾਂ ਲੜਾਈਆਂ ਵਿੱਚ ਬ੍ਰਿਟਿਸ਼ ਹੀ ਜੇਤੂ ਰਹੇ। ਯੁੱਧ ਦੇ ਮੈਦਾਨ ਵਿੱਚ ਹੈਦਰ ਅਲੀ ਦਾ ਪੁੱਤਰ ਟੀਪੂ ਸੁਲਤਾਨ ਮਾਰਿਆ ਗਿਆ ਤੇ ਉਸ ਤੋਂ ਬਾਅਦ ਅੰਗਰੇਜ਼ਾਂ ਨੇ ਮੈਸੂਰ ਉੱਤੇ ਕਬਜ਼ਾ ਕਰ ਲਿਆ। ਲੜਾਈਆਂ ਦੁਆਰਾ ਵਿਸਥਾਰ। ਐਂਗਲੋ ਮਰਾਠਾ ਯੁੱਧ ਅਤੇ ਐਂਗਲੋ ਗੋਰਖਾ ਯੁੱਧ। 1802 ਬ੍ਰਿਟਿਸ਼ ਅਤੇ ਮਰਾਠਿਆਂ ਵਿਚਕਾਰ ਸੰਧੀ ਤੇ ਹਸਤਾਖਰ ਹੋਏ। ਇਸ ਲਈ ਮਰਾਠਿਆਂ ਅਤੇ ਬ੍ਰਿਟਿਸ਼ ਸਰਕਾਰ ਵਿੱਚ ਇੱਕ ਲੜਾਈ ਲੜੀ ਗਈ ਸੀ। ਹੋਰ ਮਰਾਠਾ ਸ਼ਾਸਕਾਂ ਨਾਲ ਵੱਖੋ ਵੱਖਰੀਆਂ ਸੰਧੀਆਂ ਉੱਤੇ ਹਸਤਾਖਰ ਕੀਤੇ ਗਏ। ਗੋਰਖਾ ਸ਼ਾਸਕਾਂ ਦੇ ਇਲਾਕਿਆਂ ਤੇ ਕਬਜ਼ਾ ਕਰਨ ਲਈ ਬ੍ਰਿਟਿਸ਼ ਅਤੇ ਗੋਰਖਿਆਂ ਵਿਚਕਾਰ ਇੱਕ ਲੜਾਈ ਲੜੀ ਗਈ ਸੀ। ਇਸ ਲੜਾਈ ਵਿੱਚ ਬ੍ਰਿਟਿਸ਼ ਜੇਤੂ ਰਹੇ ਤੇ ਉਹਨਾਂ ਦੇ ਇਲਾਕਿਆਂ ਤੇ ਅੰਗਰੇਜ਼ਾਂ ਦਾ ਕਬਜ਼ਾ ਹੋ ਗਿਆ। ਅੰਗਰੇਜ਼ੀ ਸਮਰਾਜ ਦਾ ਵਿਸਥਾਰ। ਲਾਰਡ ਰੌਜੇ। ਯੁੱਧ ਅਤੇ ਕੂਟਨੀਤੀ ਦੁਆਰਾ, ਸਹਾਇਕ ਸੰਧੀ ਦੁਆਰਾ, ਯੁੱਧਾਂ ਦੁਆਰਾ, ਖਿਤਾਬ ਅਤੇ ਪੈਨਸ਼ਨ ਬੰਦ ਕਰਨਾ, ਬੁਰੇ ਸ਼ਾਸਨ ਪ੍ਰਬੰਧ ਦੇ ਆਧਾਰ ਤੇ, ਲੈਪਸ ਦੀ ਨੀਤੀ ਬੋਲ ਚੁੱਕੇ। ਧੰਨਵਾਦ। ਆਸ਼ਮਾ ਗੁਪਤਾ ਦੁਆਰਾ ਤਿਆਰ।